ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ। ਜਿਹੜੀ ਆਪਾਂ ਆਇਲਟਸ ਵਾਲੀ ਲੜੀ ਚਲਾਈ ਹੋਈ ਹੈ ਉਹਦਾ ਅੱਜ 26ਵਾਂ ਦਿਨ ਹੈ ਤੇ ਅੱਜ ਦਾ ਆਪਣਾ ਟੌਪਿਕ ਹੈ ਰਾਈਟਿੰਗ। ਆਪਾਂ ਇੱਕ ਟਾਸਕ 2 ਦੀ ਸੈਂਪਲ ਰਾਈਟਿੰਗ ਚੱਕਾਂਗੇ ਤੇ ਉਹਦੇ ਤੇ ਵਿਚਾਰ ਵਟਾਂਦਰਾ ਕਰਾਂਗੇ। ਲਓ ਜੀ ਸ਼ੁਰੂ ਕਰਦੇ ਹਾਂ ਤੇ ਸਕਰੀਨ ਤੇ ਆ ਗਿਆ ਆਪਣਾ ਸੈਂਪਲ ਰਾਈਟਿੰਗ ਟਾਸਕ 2। This is an answer written by a candidate who achieved a band 7 score। ਕਹਿੰਦੇ ਇਹ ਜਿਹੜਾ ਰਾਈਟਿੰਗ ਟਾਸਕ 2 ਲਿਖਿਆ ਉਹ ਉਸ ਪ੍ਰੀਖਿਆਰਥੀ ਨੇ ਲਿਖਿਆ ਜਿਹਦੇ 7 ਬੈਂਡਸ ਆਏ ਸੀ। ਹੁਣ ਤੁਹਾਨੂੰ ਦੱਸ ਦਈਏ ਵੀ ਜਿਹੜਾ ਆਪਾਂ ਇਹ ਸੈਂਪਲ ਚੱਕਿਆ ਨਾ ਉਹ ਕੈਂਬਰਿਜ ਦੀ ਆਫੀਸ਼ੀਅਲ ਬੁੱਕ 'ਚ ਆ। ਇਸ ਵਾਰ 2020 'ਚ ਉਹਨਾਂ ਦਾ 15ਵਾਂ ਐਡੀਸ਼ਨ ਆ ਗਿਆ ਤੇ ਉਹਦੇ ਵਿੱਚ ਇਹ ਇੱਕ ਸੈਂਪਲ ਆਨਸਰ ਦਿੱਤਾ ਹੋਇਆ ਸੀ। ਇਹ ਸੱਚੀ ਮਿੱਚੀ 'ਚ ਕਿਸੇ ਕੈਂਡੀਡੇਟ ਨੇ ਆਨਸਰ ਲਿਖਿਆ ਸੀ ਤੇ ਫਿਰ ਉਹਦੇ 7 ਬੈਂਡਸ ਆਏ ਸੀ। ਹੁਣ ਆਪਾਂ ਇਹ ਸੈਂਪਲ ਆਨਸਰ ਪੜ੍ਹਾਂਗੇ, ਇਹਦੇ ਤੇ ਵਿਚਾਰ ਵਟਾਂਦਰਾ ਵੀ ਕਰਾਂਗੇ ਤੇ ਥੱਲੇ ਚੈੱਕਰ ਨੇ ਇਹਨੂੰ ਕਿਵੇਂ ਚੈੱਕ ਕੀਤਾ ਉਹ ਵੀ ਆਪਾਂ ਦੇਖਾਂਗੇ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਥੀਮ ਦੀ, ਵੀ ਜਿਹੜਾ ਇਹ ਟਾਸਕ 2 ਆ ਉਹ ਕਿਸ ਥੀਮ ਤੇ ਲਿਖਿਆ ਗਿਆ। ਉਹ ਹੈ ਵੀ ਲੋਕ ਕਿਰਾਏ ਦੇ ਘਰਾਂ 'ਚ ਰਹਿਣਾ ਪਸੰਦ ਕਰਦੇ ਆ ਕਿ ਆਪਣਾ ਮਕਾਨ ਲੈਣਾ ਪਸੰਦ ਕਰਦੇ ਆ। ਇਹਨਾਂ ਦੋਨਾਂ ਤੇ ਆਪਦੇ ਵਿਚਾਰ ਦਿਓ। ਆਪਾਂ ਸ਼ੁਰੂ ਕਰਦੇ ਹਾਂ। ਇਨ ਸਮ ਕੰਟਰੀਜ਼ ਦਾ ਓਨਰਸ਼ਿਪ ਆਫ ਪੀਪਲਜ਼ ਹੋਮ ਇਜ਼ ਐਨ ਇੰਪੋਰਟੈਂਟ ਮੈਟਰ। In these countries it is very important to own your own home rather than renting it. It might be indifferent for some but for these people it matter। ਹੁਣ ਲਓ ਜੀ ਇਹ ਸੀ ਉਹਦਾ ਇੰਟਰੋਡਕਸ਼ਨ ਵਾਲਾ ਪੈਰਾਗ੍ਰਾਫ। ਹੁਣ ਇਹ ਪੜ੍ਹ ਕੇ ਤੁਹਾਨੂੰ ਇੰਨਾ ਕੁ ਤਾਂ ਪਤਾ ਲੱਗ ਗਿਆ ਹੋਊਗਾ ਵੀ ਨਾ ਤਾਂ ਉਹਨੇ ਇਹਦੇ 'ਚ ਕੋਈ ਭਾਰੇ ਭਾਰੇ ਸ਼ਬਦ ਵਰਤੇ ਨੇ ਤੇ ਨਾ ਉਹਨੇ ਰਟੀਆਂ ਰਟਾਈਆਂ ਲਾਈਨਾਂ ਲਿਖੀਆਂ ਨੇ। ਆਪਾਂ ਇੱਕ ਕੀ ਟਰੈਂਡ ਚਲਾ ਰੱਖਿਆ, ਚੱਕ ਕੇ ਆਪਾਂ ਰੱਟੇ ਲਾ ਲੈਂਦੇ ਹਾਂ ਵੀ ਹਾਂ ਅਸੀਂ ਆਹ ਲਾਈਨਾਂ ਲਿਖਣੀਆਂ ਨੇ, ਸਾਨੂੰ ਕੁਛ ਮਰਜ਼ੀ ਆ ਜੇ ਆਪਾਂ ਇੰਟਰੋਡਕਸ਼ਨ 'ਚ ਆਹ ਚੇਪ ਦਿਓ। ਪਰ ਐਂ ਨਹੀਂ ਹੁੰਦਾ ਭਾਈ, ਰਟੀਆਂ ਰਟਾਈਆਂ ਰੱਟੇ ਲਾਈਆਂ ਹੋਈਆਂ ਗੱਲਾਂ ਉੱਥੇ ਨਾ ਲਿਖਿਓ। ਉਹ ਚੈੱਕਰ ਨੂੰ ਸਾਹਮਣੇ ਹੀ ਦੇਖ ਕੇ ਪਤਾ ਲੱਗ ਜਾਣਾ ਵੀ ਇਹਨੇ ਰੱਟਾ ਲਾਇਆ ਸੀ ਤੇ ਇਹਨੇ ਲਿਆ ਕੇ ਇੱਥੇ ਚੇਪਤਾ, ਇਹਨੇ ਆਪਦੇ ਵੱਲੋਂ ਨਹੀਂ ਲਿਖਿਆ। ਇਸ ਕਰਕੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਜੇ ਤੁਸੀਂ ਸਿੰਪਲ ਭਾਸ਼ਾ 'ਚ ਵੀ ਲਿਖ ਦੋਗੇ ਨਾ ਵੀ ਤੁਹਾਡੇ ਬੈਂਡਸ ਘੱਟ ਆਉਣਗੇ, ਐਂ ਨਹੀਂ ਹੁੰਦਾ। ਹੁਣ ਇਹਦਾ ਇੰਟਰੋਡਕਸ਼ਨ ਵਾਲਾ ਪੈਰਾਗ੍ਰਾਫ ਦੇਖੋ, ਤੁਹਾਨੂੰ ਕੁਛ ਲੱਗਿਆ ਵੀ ਇਹਨੇ ਕੋਈ ਭਾਰਾ ਸ਼ਬਦ ਵਰਤਿਆ ਜਾਂ ਕੋਈ ਤਕੜੀ ਵਕੈਬ ਵਰਤੀ ਆ। ਮੈਂ ਕਹਿਣਾ ਜੇ ਕੋਈ ਇਹਨੂੰ ਨੋਰਮਲ ਆ ਜਿਹਦਾ ਇੰਗਲਿਸ਼ ਦਾ ਲੈਵਲ ਨਾ ਉਹ ਵੀ ਪੜ੍ਹ ਲੇ ਉਹਨੂੰ ਵੀ ਸਮਝ ਆ ਜਾਊ। ਇਹਦੇ 'ਚ ਇੱਕ ਵੀ ਸ਼ਬਦ ਇਹੋ ਜਿਹਾ ਨਹੀਂ ਹੈਗਾ ਜਿਹੜਾ ਨਾ ਸਮਝ ਆਵੇ। ਠੀਕ ਹੈ ਜੀ, ਉਹਨੇ ਇੰਟਰੋ ਲਿਖਤੀ। ਇਹ ਇੰਟਰੋ ਲਿਖਣ ਦੇ ਬਾਵਜੂਦ ਵੀ ਉਹਨੂੰ 7 ਬੈਂਡਸ ਆਏ ਨੇ। ਇਹ ਵੀ ਗੱਲ ਨਾਲ ਨਾਲ ਤੁਸੀਂ ਧਿਆਨ 'ਚ ਰੱਖਿਓ। ਹੁਣ ਆਪਾਂ ਉਹਦਾ ਅਗਲਾ ਪੈਰਾਗ੍ਰਾਫ ਪੜ੍ਹਦੇ ਹਾਂ। ਵਾਈ ਇਜ਼ ਦੈਟ ਦਾ ਕੇਸ ਤੇ ਕੁਐਸਚਨ ਮਾਰਕ। ਉਹਨੇ ਪ੍ਰਸ਼ਨ ਹੀ ਪੁੱਛ ਲਿਆ ਇਹਦੇ 'ਚ। ਹੋ ਸਕਦਾ ਅਸੀਂ ਬਾਹਲੇ ਜਾਣੇ ਇਹ ਸੋਚਦੇ ਹੋਈਏ ਵੀ ਇਹਦੇ 'ਚ ਆਪਾਂ ਪ੍ਰਸ਼ਨ ਪੁੱਛਣਾ ਹੀ ਨਹੀਂ, ਪਰ ਉਹਨੇ ਪ੍ਰਸ਼ਨ ਹੀ ਪੁੱਛ ਲਿਆ। ਅੱਗੇ ਦੇਖੋ, ਯੂ ਮਾਈਟ ਵੰਡਰ। ਹੁਣ ਦੇਖੋ ਉਹਨੇ ਇੰਟਰੋਡਕਸ਼ਨ 'ਚ ਇਹ ਕਿਹਾ ਸੀ ਵੀ ਕੁਝ ਦੇਸ਼ਾਂ 'ਚ ਘਰ ਦੀ ਜਿਹੜੀ ਮਲਕੀਅਤ ਆ ਉਹ ਇੱਕ ਅਹਿਮ ਮੁੱਦਾ ਗਾ, ਅਹਿਮ ਮਸਲਾ। ਉਹਨਾਂ ਦੇਸ਼ਾਂ 'ਚ ਇਹ ਬਹੁਤ ਜ਼ਰੂਰੀ ਹੈ ਵੀ ਤੁਹਾਡਾ ਆਪਣਾ ਘਰ ਹੋਵੇ ਕਿਰਾਏ 'ਤੇ ਰਹਿਣ ਦੀ ਬਜਾਏ। ਠੀਕ ਹੈ ਜੀ। ਹੁਣ ਅੱਗੇ ਉਹਨੇ ਦੇਖੋ ਪ੍ਰਸ਼ਨ ਹੀ ਪੁੱਛ ਲਿਆ, ਕਹਿੰਦਾ ਅਜਿਹਾ ਕਿਉਂ ਆ। I think it is because your home is supposed to be exactly what it sounds like your home. As a human, I think we long after having stuff to call our own. Doesn't matter what it is, but humans will always want to claim ownership. ਉਹ ਕਹਿੰਦਾ ਵੀ ਇੱਕ ਮਨੁੱਖ ਹੋਣ ਦੇ ਨਾਤੇ ਵੀ ਸਾਡੀ ਇਹ ਇੱਕ ਇੱਛਾ ਹੁੰਦੀ ਆ ਹੈ ਨਾ ਵੀ ਅਸੀਂ ਚੀਜ਼ਾਂ ਨੂੰ ਆਪਣਾ ਕਹੀਏ, ਆਪਦੀ ਉਹਨਾਂ 'ਤੇ ਮਲਕੀਅਤ ਸ਼ੋਅ ਕਰੀਏ। ਤੇ ਇਹ ਮਾਇਨੇ ਨਹੀਂ ਰੱਖਦਾ ਵੀ ਉਹ ਚੀਜ਼ ਕੀ ਆ, ਪਰ ਜਿਹੜੇ ਮਨੁੱਖ ਨੇ ਉਹ ਹਮੇਸ਼ਾ ਓਨਰਸ਼ਿਪ ਕਲੇਮ ਕਰਨਾ ਚਾਹੁੰਦੇ ਨੇ। ਦਿਸ ਇਜ਼ ਨਥਿੰਗ ਨਿਊ ਐਂਡ ਇਟ ਹੈਜ਼ ਬੀਨ ਲਾਈਕ ਦਿਸ ਥਰੂ ਹਿਊਮਨ ਹਿਸਟਰੀ। ਹੁਣ ਉਹ ਕਹਿੰਦਾ ਵੀ ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਤਾਂ ਮਨੁੱਖ ਦਾ ਇਤਿਹਾਸ ਹੀ ਆ। ਲਾਈਕ ਕਲੋਨੀਜ਼ ਫॉर एग्जांपल which later once again became the same country as before led by its own inhabitants। ਹੁਣ ਦੇਖੋ ਉਹਨੇ ਇੱਕ ਐਗਜ਼ਾਮਪਲ ਵੀ ਦੇਤੀ। People will always want to be the one to decide what happens to them, and when you rent your home you can't even paint it without the owner's permission। ਹੁਣ ਉਹ ਕਹਿੰਦਾ ਵੀ ਲੋਕ ਹਮੇਸ਼ਾ ਇਹੀ ਚਾਹੁੰਦੇ ਨੇ ਵੀ ਉਹਨਾਂ ਨਾਲ ਜਿਹੜਾ ਕੁਝ ਹੁੰਦਾ ਉਹਦਾ ਫੈਸਲਾ ਉਹ ਕਰਨ। ਹੁਣ ਉਹ ਕਹਿੰਦਾ ਵੀ ਆਪਣੇ ਕਿਰਾਏ ਦੇ ਘਰ 'ਚ ਤਾਂ ਆਪਾਂ ਆਪਦੀ ਮਰਜ਼ੀ ਨਾਲ ਪੇਂਟ ਵੀ ਨਹੀਂ ਕਰ ਸਕਦੇ, ਰੰਗ ਵੀ ਨਹੀਂ ਕਰ ਸਕਦੇ। ਉਹਨੇ 2-4 ਗੱਲਾਂ ਜੀਆਂ ਕਹਿਤੀਆਂ, ਆਪਣੇ ਆਈਡੀਆਜ਼ ਆਪਣੇ ਵਿਚਾਰ ਪੇਸ਼ ਕਰਤੇ। ਇਹ ਸੀਗਾ ਉਹਦਾ ਬੋਡੀ ਪੈਰਾਗ੍ਰਾਫ ਪਹਿਲਾ। ਹੁਣ ਦੇਖੋ ਇਹਦੇ 'ਚ ਇੱਕ ਚੀਜ਼ ਤੁਸੀਂ ਹੋਰ ਨੋਟ ਕਰੋ, ਲਾਸਟ ਤੇ ਦੇਖੋ ਹੈ ਨਾ, ਓਨਰਜ਼ ਪਰਮਿਸ਼ਨ। ਉਹਨੇ ਇੱਥੇ ਇੱਕ ਗਲਤੀ ਕੀਤੀ ਆ।
ਆਪਾਂ ਇੱਥੇ ਪੋਸਟ ਆਫ ਐਸ ਲਾਵਾਂਗੇ, ਫੇਰ ਲਿਖਾਂਗੇ। ਇਹਨੇ ਸਿੱਧਾ ਹੀ ਓਨਰਸ ਨਾਲ ਜੋੜਤਾ। ਜਿਵੇਂ ਆਪਾਂ ਕਹਿੰਦੇ ਹੁੰਦੇ ਮੋਹਨਜ਼ ਪਰਮਿਸ਼ਨ, ਮੋਹਨਜ਼ ਹੋਮ, ਆਪਾਂ ਪੋਸਟ ਆਫ ਐਸ ਲਾਉਣੇ ਹੁੰਦੇ ਆ ਨਾ। ਆਪਾਂ ਮੋਹਨ ਤੋਂ ਬਾਅਦ ਉੱਤੇ ਕੌਮਾ ਜਿਹਾ ਲਾ ਕੇ ਫੇਰ ਐਸ ਨਹੀਂ ਲਿਖਦੇ ਹੁੰਦੇ, ਉਵੇਂ ਲਿਖਣੀ ਸੀ ਇੱਥੇ। ਉਹਨੇ ਇੱਕ ਗਲਤੀ ਕੀਤੀ ਹੈ ਪੈਰਾਗ੍ਰਾਫ 'ਚ। ਤੇ ਲਓ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ। ਆ ਗਿਆ ਆਪਣੇ ਕੋਲੇ ਸੈਕਿੰਡ ਪੈਰਾਗ੍ਰਾਫ। If you as a person are renting an apartment, there might be a lot of stressors in your life. ਹੁਣ ਦੇਖੋ ਉਹਨੇ ਬੜਾ ਵਧੀਆ ਸ਼ਬਦ ਯੂਜ਼ ਕਰ ਲਿਆ stressors। ਇਹਦਾ ਮਤਲਬ ਹੁੰਦਾ ਉਹ ਚੀਜ਼ਾਂ ਜਿਹੜੀਆਂ ਸਾਨੂੰ ਟੈਨਸ਼ਨ ਦੇਣ ਜਾਂ ਜਿਹੜੀਆਂ ਸਾਨੂੰ ਸਟ੍ਰੈਸ ਦੇਣ। A scratched wall can cause you a major headache because the wall was not yours. ਹੁਣ ਕਹਿੰਦੇ ਵੀ ਜੇ ਇੱਕ ਕੰਧ ਤੇ ਸਕਰੈਚ ਪਏ ਹੋਏ ਆ ਨਾ, ਝਰੀਟਾਂ ਜੀਆਂ ਪਈਆਂ ਹੋਈਆਂ ਨੇ, ਜਾਂ ਕੰਧ ਖਰਾਬ ਆ, ਹੋ ਸਕਦਾ ਉਹ ਤੁਹਾਡਾ ਸਿਰ ਹੀ ਦੁਖਣ ਲਾ ਦੇ ਦੇਖ ਦੇਖ ਕੇ ਜਦੋਂ ਤੁਸੀਂ ਉਹਨੂੰ ਦੇਖੋਗੇ, ਪਰ ਉਹ ਕੰਧ ਤੁਹਾਡੀ ਨਹੀਂ ਆ। ਹੁਣ ਤੁਸੀਂ ਕਰ ਵੀ ਕੀ ਸਕਦੇ ਹੋ। The bedroom you are currently sleeping in might not be able as long as you hope. Things happen in life and maybe the next landlord won't want to have you as a tenant. ਤੇ ਅੱਗੇ ਉਹਨੇ ਇੱਕ ਹੋਰ ਗੱਲ ਪੇਸ਼ ਕਰਤੀ। ਉਹ ਕਹਿੰਦਾ ਹੋ ਸਕਦਾ ਜਿਹੜਾ ਅਗਲਾ ਮਾਲਕ ਆਵੇ, ਘਰ ਵਿਕ ਜੇ, ਜਾਂ ਘਰ ਦਾ ਅਗਲਾ ਮਾਲਕ ਜਿਹੜਾ ਨਵਾਂ ਮਾਲਕ ਆਊਗਾ, ਹੋ ਸਕਦਾ ਉਹ ਤੁਹਾਨੂੰ ਕਿਰਾਏ ਤੇ ਰੱਖੇ ਹੀ ਨਾ, ਆਉਣ ਸਾਰ ਤੁਹਾਨੂੰ ਕਹਿੰਦੇ ਚੱਕੋ ਬੋਰੀ ਬਿਸਤਰਾ ਬਈ ਜਾਓ। ਇਹ ਸੀਗਾ ਉਹਦਾ ਪੈਰਾਗ੍ਰਾਫ। ਅਗਲਾ ਹੁਣ ਦੇਖੋ ਆਪਾਂ ਹੈ ਨਾ ਇੱਕ ਢਾਂਚਾ ਜਿਹਾ ਬਣਾਉਣੇ ਹੁੰਦੇ। ਆਪਾਂ ਕਹਿੰਦੇ ਨੇ ਵੀ ਇੱਕ ਅਸੀਂ ਇੰਟਰੋਡਕਸ਼ਨ ਲਿਖਣਾ ਪੈਰਾਗ੍ਰਾਫ, ਫਿਰ ਬੋਡੀ ਪੈਰਾਗ੍ਰਾਫ 1, ਫਿਰ ਬੋਡੀ ਪੈਰਾਗ੍ਰਾਫ 2, ਫਿਰ ਕਨਕਲੂਜਨ। ਇਹਨੇ ਬੋਡੀ ਪੈਰਾਗ੍ਰਾਫ 1 ਬਣਾ ਲਿਆ, 2 ਬਣਾ ਲਿਆ, ਹੁਣ ਤੀਜਾ ਵੀ ਬਣਾ ਲਿਆ। ਇਹ ਕੋਈ ਰੂਲ ਨਹੀਂ ਆ, ਤੁਸੀਂ ਆਪਦੇ ਹਿਸਾਬ ਨਾਲ ਵੱਧ ਵੀ ਬਣਾ ਸਕਦੇ ਹੋ। ਉਹ ਨੋਰਮਲ ਆਪਾਂ ਕਹਿ ਦਿੰਦੇ ਹਾਂ ਵੀ 2 ਤਾਂ ਮਿਨੀਮਮ ਚਲੋ ਬਣਾ ਲਿਆ ਕਰੋ, ਇਹਦੇ ਨਾਲ ਵਧੀਆ ਲੱਗਦੀ ਹੈ ਰਾਈਟਿੰਗ। ਹੁਣ ਉਹਨੇ ਤੀਜਾ ਵੀ ਬਣਾ ਲਿਆ, ਚਲੋ ਆਪਾਂ ਤੀਜਾ ਪੜ੍ਹ ਲੈਂਦੇ ਹਾਂ। In other perspective, not owning your home could be a relief when it comes to your finance. ਹੁਣ ਦੇਖੋ ਉਹਨੇ ਵਧੀਆ ਸ਼ਬਦ ਯੂਜ਼ ਕਰਤਾ ਪਰਸਪੈਕਟਿਵ। ਇਹਦਾ ਮਤਲਬ ਹੁੰਦਾ ਪੁਆਇੰਟ ਆਫ ਵਿਊ। ਹੁਣ ਉਹ ਕਹਿੰਦਾ ਵੀ ਜੇ ਤੁਹਾਡੇ ਕੋਲ ਘਰ ਨਹੀਂ ਹੈਗਾ, ਉਹ ਤੁਹਾਡੇ ਵਾਸਤੇ ਇੱਕ ਰਿਲੀਫ ਦੀ ਗੱਲ, ਇੱਕ ਹੈ ਨਾ ਚੈਨ ਦੀ ਗੱਲ ਹੋ ਸਕਦੀ ਆ ਜਦੋਂ ਤੁਹਾਡੇ ਪੈਸੇ ਦੀ ਗੱਲ ਹੋਵੇ। As a renter, you won't have to pay mortgage, take loans or spend an awful lot of money on buying the property. ਹੁਣ ਉਹ ਕਹਿੰਦਾ ਜਦੋਂ ਤੁਸੀਂ ਕਿਰਾਏਦਾਰ ਦੇ ਤੌਰ ਤੇ ਰਹਿੰਦੇ ਹੋ, ਸਾਨੂੰ ਬਾਹਲੇ ਪੈਸੇ ਖਰਚ ਕਰਨ ਦੀ ਲੋੜ ਨਹੀਂ ਹੁੰਦੀ ਵੀ ਬਾਹਲਾ ਜ਼ਿਆਦਾ ਪੈਸਾ ਸਾਡਾ ਖਰਚ ਹੋ ਜਾਏ, ਕਿਉਂਕਿ ਜਦੋਂ ਅਸੀਂ ਕੋਈ ਘਰ ਲਵਾਂਗੇ ਸਾਡਾ ਇੰਨਾ ਪੈਸਾ ਤਾਂ ਖਰਚ ਹੋਊਗਾ, ਚਾਹੇ ਅਸੀਂ ਲੋਨ ਲਈਏ, ਚਾਹੇ ਅਸੀਂ ਕਿਵੇਂ ਮਰਜ਼ੀ ਕਰੀਏ, ਚਾਹੇ ਅਸੀਂ ਘਰ ਗਹਿਣੇ ਲਈਏ, ਕਿਵੇਂ ਕਰੀਏ, ਪਰ ਸਾਡਾ ਪੈਸਾ ਤਾਂ ਇੰਨਾ ਖਰਚ ਹੋ ਹੀ ਜਾਂਦਾ। You wouldn't have to worry about the house market crashing or a natural disaster destroying your expensive home. ਕਹਿੰਦਾ ਫਿਰ ਤੁਹਾਨੂੰ ਇਹ ਗੱਲ ਦੀ ਫਿਕਰ ਵੀ ਨਹੀਂ ਹੋਣੀ ਵੀ ਜਿਹੜੀ ਹਾਊਸ ਮਾਰਕੀਟ ਆ ਉਹ ਡਿੱਗ ਰਹੀ ਆ, ਡੁੱਬ ਰਹੀ ਆ, ਜਾਂ ਤੁਹਾਡੇ ਘਰ ਦਾ ਰੇਟ ਘਟ ਰਿਹਾ ਹੈ ਨਾ, ਜਾਂ ਕੋਈ ਨੈਚੁਰਲ ਡਿਜ਼ਾਸਟਰ, ਮੰਨ ਲਓ ਕੋਈ ਸੁਨਾਮੀ ਆ ਗਈ, ਕੋਈ ਭੂਚਾਲ ਆ ਗਿਆ, ਉਹਨੇ ਤੁਹਾਡਾ ਮਹਿੰਗਾ ਘਰ ਖਰਾਬ ਕਰਤਾ, ਤਬਾਹ ਕਰਤਾ, ਤੁਹਾਨੂੰ ਇਹਦੀ ਵੀ ਕੋਈ ਫਿਕਰ ਨਹੀਂ ਰਹਿਣੀ। ਹੁਣ ਉੱਤੇ ਵਾਲੇ ਪੈਰੇ 'ਚ ਤਾਂ ਉਹਨੇ ਗੱਲ ਕਰੀ ਸੀ ਵੀ ਜਦੋਂ ਅਸੀਂ ਕਿਰਾਏਦਾਰ ਵਜੋਂ ਰਹਿੰਦੇ ਹਾਂ ਕੀ ਕੀ ਦੁੱਖ ਆਉਂਦੇ ਨੇ ਸਾਨੂੰ, ਕੀ ਕੀ ਨੁਕਸਾਨ ਨੇ। ਤੇ ਇਹ ਪੈਰਾਗ੍ਰਾਫਸ ਜਿਹੜਾ ਆਪਾਂ ਹੁਣ ਪੜ੍ਹਿਆ 'ਚ ਉਹਨੇ ਗੱਲ ਕਰਤੀ ਵੀ ਇਹਦੇ ਫਾਇਦੇ ਕੀ ਨੇ ਜਦੋਂ ਅਸੀਂ ਕਿਰਾਏ ਤੇ ਰਹਿੰਦੇ ਹਾਂ। ਅੱਗੇ ਦੇਖੋ ਉਹ ਹੁਣ ਕਨਕਲੂਜਨ ਲਿਖ ਰਿਹਾ। ਬਾਟਮ ਲਾਈਨ, as a human I feel like we need to have a home and calling it your own can make that more special. ਹੁਣ ਉਹ ਕਹਿੰਦਾ ਅਖੀਰਲੀ ਗੱਲ, ਕਹਿੰਦਾ ਮੈਂ ਇਹ ਕਹਿਣਾ ਚਾਹੁੰਦਾ ਵੀ ਇੱਕ ਮਨੁੱਖ ਦੇ ਤੌਰ ਤੇ ਸਾਡਾ ਇੱਕ ਘਰ ਹੋਣਾ ਚਾਹੀਦਾ, ਤੇ ਜਦੋਂ ਅਸੀਂ ਕਹਿੰਦੇ ਹਾਂ ਵੀ ਹਾਂ ਇਹ ਮੇਰਾ ਆਪਣਾ ਘਰ ਹੈ, ਅਸੀਂ ਆਪਦੀ ਮਲਕੀਅਤ ਸ਼ੋਅ ਕਰਦੇ ਹਾਂ ਤਾਂ ਇੱਕ ਸਪੈਸ਼ਲ ਫੀਲਿੰਗ ਆਉਂਦੀ ਆ। I personally would rather own my house because then whatever happens it is on me and no one else. ਉਹ ਕਹਿੰਦਾ ਮੈਂ ਨਿੱਜੀ ਤੌਰ ਤੇ ਵੀ ਇਹੀ ਪ੍ਰੈਫਰ ਕਰੂੰਗਾ ਵੀ ਮੇਰਾ ਆਪਣਾ ਘਰ ਹੋਵੇ, ਕਿਉਂਕਿ ਜਿਹੜਾ ਵੀ ਕੁਛ ਹੁੰਦਾ ਜਾਂ ਜਿਹੜਾ ਵੀ ਕੁਛ ਕਰਨਾ ਉਹ ਸਿਰਫ ਮੇਰੇ ਤੇ ਹੀ ਨਿਰਭਰ ਹੋਊਗਾ, ਕਿਸੇ ਹੋਰ ਤੇ ਨਹੀਂ। ਵੀ ਮੈਂ ਆਪਦੇ ਘਰ 'ਚ ਕੁਛ ਮਰਜ਼ੀ ਕਰਾਂ, ਕੁਛ ਮਰਜ਼ੀ ਨਾ ਕਰਾਂ, ਜਿਹੜਾ ਕੁਛ ਮੇਰੇ ਘਰ 'ਚ ਹੋਊਗਾ ਉਹ ਸਿਰਫ ਮੇਰੇ ਤੇ ਨਿਰਭਰ ਆ। ਇਹ ਉਹਨੇ ਹੁਣ ਕਨਕਲੂਜਨ ਦੇਤਾ, ਅਖੀਰਲੀ ਗੱਲ ਕਹਿਤੀ। ਲਓ ਜੀ ਇਹ ਸੀ ਆਪਣਾ ਸੈਂਪਲ ਰਾਈਟਿੰਗ ਟਾਸਕ 2। ਵਾਲਿਆਂ ਨੂੰ ਪੜ੍ਹ ਕੇ ਇਹ ਲੱਗਿਆ ਹੋਊਗਾ ਵੀ ਇਹਦੇ 'ਚ 7 ਬੈਂਡ ਵਾਲੀ ਕਿਹੜੀ ਗੱਲ ਸੀ, ਵੀ ਕੀ ਇਹਨੇ ਸਿੰਪਲ ਜਿਹਾ ਤਾਂ ਲਿਖਿਆ ਪਿਆ, ਪਰ ਹੈਗੀ ਆ ਗੱਲ। ਆਪਾਂ ਪਹਿਲਾਂ ਵੀ ਉਹ 4 ਪੁਆਇੰਟਸ ਕਰੇ ਸੀਗੇ, 4 ਗੱਲਾਂ ਕਰੀਆਂ ਸੀ ਜਿਨ੍ਹਾਂ ਕਰਕੇ ਸਾਨੂੰ ਬੈਂਡ ਸਕੋਰ ਮਿਲਦਾ। ਜੇ ਆਪਾਂ ਉਹਨਾਂ ਗੱਲਾਂ ਤੇ ਫੋਕਸ ਕਰਾਂਗੇ, ਬਾਹਲੇ ਆਪਾਂ ਲੰਮੇ ਚੌੜੇ ਚੱਕਰਾਂ 'ਚ ਨਾ ਪਵਾਂਗੇ, ਇੰਨੀ ਹੀ ਬਕੈਬ ਯਾਦ ਕਰਨੀ, ਰੱਟੇ ਲਾਉਣੇ, ਇਹ ਬੋਡੀ ਪੈਰਾਗ੍ਰਾਫ 1 'ਚ ਐਂ ਸ਼ੁਰੂ ਕਰ ਲਓ, 2 ਐਂ ਕਰ ਲਓ, ਕਨਕਲੂਜਨ ਐਂ ਲਿਖ ਦਿਓ, ਇੰਟਰੋਡਕਸ਼ਨ ਐਂ ਲਿਖ ਦਿਓ। ਜੇ ਆਪਾਂ ਉਹਨਾਂ ਗੱਲਾਂ ਤੋਂ ਹਟ ਕੇ ਆਪਦੇ ਤਰੀਕੇ ਦੇ ਨਾਲ ਲਿਖਾਂਗੇ ਤਾਂ ਬਿਲਕੁਲ ਇਸ ਤਰੀਕੇ ਦੇ ਨਾਲ ਜਿਵੇਂ ਇਹ ਕੈਂਡੀਡੇਟ ਨੇ ਲਿਖਿਆ ਤਾਂ ਆਪਣੇ ਵੀ ਜ਼ਰੂਰ ਆਉਣਗੇ। ਇਹਨੂੰ ਤੁਸੀਂ ਇੱਕ ਤਾਂ ਐਂ ਨਾ ਸਮਝ ਲਿਓ ਵੀ ਇਹ ਪਤਾ ਨਹੀਂ ਉਹੀ ਆਪਾਂ ਕਿਤੋਂ ਚੱਕ ਕੇ ਲਿਆਗਾ। ਇਹ ਆਇਲਟਸ ਦੀ ਜਿਹੜੀ ਆਫੀਸ਼ੀਅਲ ਬੁੱਕ ਆ ਨਾ, ਕੈਂਬਰਿਜ ਵੱਲੋਂ ਜਾਰੀ ਹੁੰਦੀ ਆ, ਉਹਦੇ 'ਚ ਦਿੱਤਾ ਹੋਇਆ, ਤੇ ਸੱਚੀ ਮਿੱਚੀ 'ਚ ਕਿਸੇ ਨੇ ਪੇਪਰ 'ਚ ਲਿਖਿਆ ਸੀ ਤੇ ਉਹਦੇ 7 ਬੈਂਡ ਦਿੱਤੇ ਸੀ ਚੈੱਕਰ ਨੇ। ਹੁਣ ਆਪਾਂ ਦੇਖਦੇ ਹਾਂ ਐਗਜ਼ਾਮੀਨਰ ਕੀ ਕਹਿੰਦਾ। ਹੇਅਰ ਇਜ਼ ਦਾ ਐਗਜ਼ਾਮੀਨਰਜ਼ ਕਮੈਂਟ।
ਹੁਣ ਜਦੋਂ ਐਗਜ਼ਾਮੀਨਰ ਉੱਥੇ ਪੜ੍ਹ ਲੈਂਦਾ ਉਹ ਕਮੈਂਟ ਜ਼ਰੂਰ ਦਿੰਦਾ ਉਹਦੇ ਬਾਰੇ ਤੇ ਉਹਨੂੰ ਬੈਂਡਸ ਦਿੰਦਾ। ਹੁਣ ਦੇਖੋ ਆਪਾਂ ਇਹ ਐਸੇ ਪੜ੍ਹਨ ਤੋਂ ਬਾਅਦ ਐਗਜ਼ਾਮੀਨਰ ਨੇ ਕੀ ਲਿਖਿਆ। The candidate clearly explains why home ownership may be of importance to some people। ਹੁਣ ਉਹ ਕਹਿੰਦਾ ਵੀ ਕੈਂਡੀਡੇਟ ਨੇ ਬਿਲਕੁਲ ਸਾਫ਼ ਐਕਸਪਲੇਨ ਕਰਤਾ ਇਹ ਵੀ ਜਿਹੜੀ ਘਰ ਦੀ ਮਲਕੀਅਤ ਆ ਉਹ ਕੁਝ ਲੋਕਾਂ ਵਾਸਤੇ ਇੰਪੋਰਟੈਂਟ ਕਿਉਂ ਆ। She or he also explores the positive and negative sides of owning your home before putting forward his or her own opinion। ਅੱਗੇ ਉਹ ਕਹਿੰਦਾ ਵੀ ਉਹਨੇ ਪੋਜ਼ਿਟਿਵ ਤੇ ਨੈਗੇਟਿਵ ਪੱਖ ਦੋਨੇ ਪੱਖ ਹੀ ਲਿਖਤੇ ਆਪਦਾ ਘਰ ਹੋਣ ਦੇ ਵੀ ਜੇ ਮੇਰਾ ਘਰ ਹੈਗਾ ਤਾਂ ਉਹਦੇ ਪੋਜ਼ਿਟਿਵ ਪੱਖ ਇਹ ਨੇ ਨੈਗੇਟਿਵ ਇਹ ਨੇ। ਬਿਫੋਰ ਪੁਟਿੰਗ ਫਾਰਵਰਡ ਹਿਜ਼ ਔਰ ਹਰ ਓਨ ਓਪੀਨੀਅਨ ਤੇ ਉਸ ਤੋਂ ਬਾਅਦ ਉਹਨੇ ਆਪਦਾ ਓਪੀਨੀਅਨ ਦਿੱਤਾ। ਦ ਟਾਸਕ ਇਜ਼ ਵੈਲ ਐਡਰੈਸਡ ਐਂਡ ਆਈਡੀਆਜ਼ ਆਰ ਐਕਸਪਲੋਰਡ ਇਨ ਸਮ ਡੈਪਥ। ਹੁਣ ਦੇਖੋ ਕਹਿੰਦਾ ਟਾਸਕ ਵਧੀਆ ਤਰੀਕੇ ਦੇ ਨਾਲ ਪੂਰਾ ਕਰਿਆ ਹਨਾ ਆਈਡੀਆਜ਼ ਵੀ ਉਹਨੇ ਵਧੀਆ ਦਿੱਤੇ ਨੇ। ਆਰਗੇਨਾਈਜੇਸ਼ਨ ਇਜ਼ ਕਲੀਅਰ ਵਿਦ ਦ ਗੁੱਡ ਯੂਜ਼ ਆਫ ਕੋਹੈਸਿਵ ਡਿਵਾਈਸਿਸ ਐਂਡ ਪੈਰਾਗ੍ਰਾਫਿੰਗ ਐਂਡ ਦ ਮੈਸੇਜ ਈਜ਼ੀ ਟੂ ਫੋਲੋ। ਹੁਣ ਉਹ ਕਹਿੰਦਾ ਵੀ ਆਰਗੇਨਾਈਜੇਸ਼ਨ ਕਲੀਅਰ ਹੈ ਤੇ ਉਹਨੇ ਕੋਹੈਸਿਵ ਡਿਵਾਈਸਿਸ ਵੀ ਯੂਜ਼ ਕਰੇ ਨੇ, ਪੈਰਾਗ੍ਰਾਫਿੰਗ ਤੇ ਮੈਸੇਜ ਆ ਜਿਹੜਾ ਉਹ ਆਸਾਨ ਤਰੀਕੇ ਦੇ ਨਾਲ ਫੋਲੋ ਕਰਿਆ ਜਾ ਸਕਦਾ ਵੀ ਵਧੀਆ ਕਲੀਅਰ ਮੈਸੇਜ ਦੇਤਾ ਉਹਨੇ। ਦ ਰੇਂਜ ਆਫ ਵੋਕੈਬਲਰੀ ਇਜ਼ ਐਪਰੋਪਰੀਏਟ ਵਿਦ ਐਗਜ਼ਾਮਪਲਸ ਆਫ ਲੈਸ ਕਾਮਨ ਆਈਟਮਸ। ਹੁਣ ਉਹ ਕਹਿੰਦਾ ਜਿਹੜੀ ਉਹਨੇ ਵਕੈਬ ਯੂਜ਼ ਕੀਤੀ ਉਹ ਵੀ ਠੀਕ ਹੈ ਤੇ ਉਹਨੇ ਲੈਸ ਕਾਮਨ ਆਈਟਮਸ ਜਿਹੜੀਆਂ ਯੂਜ਼ ਕੀਤੀਆਂ। ਦੇਖੋ ਆਪਾਂ ਇਹੀ ਸ਼ਬਦ ਤੇ ਫੋਕਸ ਕਰਦੇ ਹੁੰਦੇ ਆ ਵੀ ਆਪਾਂ ਕੋਈ ਬਾਹਲੀ ਲੰਮੀ ਚੌੜੀ ਗੱਲ ਨਹੀਂ ਕਰਨੀ, ਆਪਾਂ ਜਿਹੜੇ ਲੈਸ ਕਾਮਨ ਆਈਟਮਸ ਹੁੰਦੀਆਂ ਨਾ ਉਹੀ ਯੂਜ਼ ਕਰਨੇ ਆ, ਲੈਸ ਕਾਮਨ ਸ਼ਬਦ। ਹੁਣ ਉਹਨੇ ਐਗਜ਼ਾਮਪਲ ਵੀ ਨਾਲ ਦਿੱਤੀ ਹੈ ਵੀ ਉਹਨਾਂ ਨੇ ਕੀ ਕੀ ਯੂਜ਼ ਕੀਤਾ। ਉਹ ਕਹਿੰਦਾ ਲੌਂਗ ਆਫਟਰ ਯੂਜ਼ ਕਰਿਆ, ਫॉर ਹਾਊਸਿੰਗ ਮਾਰਕੀਟ ਇਹ ਉਹਨੇ ਯੂਜ਼ ਕੀਤੇ ਨੇ। ਐਂਡ ਗੁੱਡ ਯੂਜ਼ ਆਫ ਕੋਲੋਕੇਸ਼ਨਸ ਉਹਨੇ ਕੋਲੋਕੇਸ਼ਨਸ ਵੀ ਯੂਜ਼ ਕੀਤੀਆਂ ਨੇ। ਕਲੇਮ ਓਨਰਸ਼ਿਪ ਹੁਣ ਕੋਲੋਕੇਸ਼ਨਸ ਕੀ ਹੁੰਦੀਆਂ ਨੇ ਤੁਸੀਂ ਸੋਚ ਰਹੇ ਹੋਵੋਗੇ ਜਦੋਂ ਅਸੀਂ ਦੋ ਸ਼ਬਦਾਂ ਨੂੰ ਇਕੱਠੇ ਕਰਕੇ ਲਿਖੀਏ ਤੇ ਜ਼ਿਆਦਾਤਰ ਉਹ ਇਕੱਠੇ ਲਿਖੇ ਜਾਂਦੇ ਹੋਣ ਉਹਨਾਂ ਨੂੰ ਆਪਾਂ ਕੋਲੋਕੇਸ਼ਨਸ ਕਹਿ ਦਿੰਦੇ ਆ। ਇਕੱਠੇ ਕਰਕੇ ਲਾ ਲਓ ਇੱਕ ਚਾਹੇ ਫਰੇਜ਼ ਬਣ ਗਈ ਹੈ ਨਾ ਇੱਕ ਨਵੀਂ ਚੀਜ਼ ਬਣ ਗਈ। ਆ ਮੇਜਰ ਹੈਡੇਕ ਇਹ ਵੀ ਆਪਾਂ ਬੜੇ ਵਾਰੀ ਇਕੱਠਾ ਲਿਖ ਸਕਦੇ ਹਾਂ। ਦੇਖੋ ਇਹ ਵੀ ਕੋਲੋਕੇਸ਼ਨ ਆ ਮੇਜਰ ਹੈਡੇਕ, ਪੇ ਮੌਰਗੇਜ, ਨੈਚੁਰਲ ਡਿਜ਼ਾਸਟਰ, ਦਾ ਬਾਟਮ ਲਾਈਨ। ਇਹਨਾਂ ਚੋਂ ਬਾਕੀ ਛੱਡੋ ਤੁਸੀਂ ਨੈਚੁਰਲ ਡਿਜ਼ਾਸਟਰ ਤਾਂ ਬੜੇ ਵਾਰੀ ਸੁਣਿਆ ਹੋਊਗਾ। ਹੁਣ ਨੈਚੁਰਲ ਇੱਕ ਅੱਡ ਵਰਡ ਆ, ਡਿਜ਼ਾਸਟਰ ਇੱਕ ਅੱਡ ਵਰਡ ਆ, ਪਰ ਉਹਨੇ ਦੋਨਾਂ ਨੂੰ ਇਕੱਠੇ ਕਰਕੇ ਲਿਖਿਆ ਇੱਕ ਨਵੀਂ ਫਰੇਜ਼ ਕਹਿ ਲਓ ਇੱਕ ਨਵੀਂ ਟਰਮ ਕਹਿ ਲਓ ਉਹਨੇ ਬਣਾਈ ਆ ਤੇ ਇਸੇ ਨੂੰ ਹੀ ਕੋਲੋਕੇਸ਼ਨਸ ਕਹਿੰਦੇ ਹੁੰਦੇ ਨੇ। ਦਾ ਬਾਟਮ ਲਾਈਨ ਇਹ ਹੋ ਗਿਆ। There is a variety of complex sentence structures with a high level of accuracy। ਹੁਣ ਉਹਨੇ complex sentences ਬਣਾਏ ਨੇ ਤੇ ਉਹਦੀ accuracy level ਆ ਜਿਹੜਾ ਉਹ ਬੜਾ ਹਾਈ ਆ। And only a minor error in punctuation ਉਹਨੇ ਓਨਰਸ ਲਿਖਣ ਵੇਲੇ ਪੋਸਟ ਆਫ ਐਸ ਨਹੀਂ ਲਾਈ। ਦੇਖੋ ਇੱਥੇ ਉਹਨੇ ਕਰੈਕਟ ਵੀ ਕਰਕੇ ਲਿਖਤਾ ਵੀ ਇਹ ਲਿਖਣਾ ਸੀ। ਇਹ ਐਗਜ਼ਾਮੀਨਰ ਨੇ ਆਪਦਾ ਕਮੈਂਟ ਦੇਤਾ ਤੇ ਨਾਲ ਉਹਨੂੰ 7 ਬੈਂਡਸ ਦੇਤੇ। ਇਹ ਭਾਈ ਦੁਬਾਰੇ ਦੱਸ ਦਈਏ ਵੀ ਇਹ ਆਫੀਸ਼ੀਅਲ ਆ, ਇਸ ਤਰ੍ਹਾਂ ਨਾਲ ਹੀ ਹੁੰਦਾ। ਜੇ ਤੁਹਾਡੇ ਦਿਮਾਗ 'ਚ ਕੋਈ ਵੀ ਵਹਿਮ ਸੀ ਵੀ ਅਸੀਂ ਕਿਲੋ ਦੀ ਵਕੈਬ ਯੂਜ਼ ਕਰਨੀ ਆ, ਤਕੜੇ ਸ਼ਬਦ ਲਿਆਉਣੇ ਆ, ਰੱਟੇ ਲਾਉਣੇ ਆ, ਉਹ ਵਹਿਮ ਨਾ ਰੱਖੋ। ਇਹ ਰਾਈਟਿੰਗ ਟਾਸਕ ਪੜ੍ਹ ਕੇ ਤੁਹਾਡਾ ਵਹਿਮ ਦੂਰ ਜ਼ਰੂਰ ਹੋ ਗਿਆ ਹੋਣਾ। ਦੇਖੋ ਇੱਕ ਰਾਈਟਿੰਗ ਆਈ ਸੀ ਉਹਨੂੰ ਹੈ ਨਾ ਵੀ ਕਿਰਾਏ ਦੇ ਘਰਾਂ ਵਾਰੀ ਆਈ ਸੀ ਵੀ ਕੋਈ ਲੋਕ ਪ੍ਰੈਫਰ ਕਰਦੇ ਨੇ ਕਿਰਾਏ 'ਤੇ ਰਹਿਣ ਨੂੰ, ਕੋਈ ਨਹੀਂ ਕਰਦੇ। ਉਹਨੇ ਬੜਾ ਹੀ ਸਿੰਪਲ ਜਿਹਾ ਲਿਖਤਾ ਤੇ ਉਹਨੇ ਨਾ ਹੀ ਆਪਣੀ ਉਹ ਚੀਜ਼ ਫੋਲੋ ਕੀਤੀ ਵੀ ਬੋਡੀ ਪੈਰਾਗ੍ਰਾਫ 2 ਹੀ ਬਣਾਉਣੇ ਆ, ਕੋਈ ਚੱਕਰ ਨਹੀਂ। ਉਹਨੂੰ ਲੱਗਿਆ ਵੀ ਮੈਂ 3 ਬਣਾਉਣੇ ਆ, 3 ਬਣਾਤੇ। ਤੇ ਇਸ ਕਰਕੇ ਆਪਾਂ ਉਲਝਣਾ ਨਹੀਂ, ਨਾ ਹੀ ਆਪਾਂ ਕਿਸੇ ਅਫਵਾਹਾਂ 'ਚ ਆਉਣਾਗਾ। ਆਪਦੀ ਕਲੀਅਰ ਵਧੀਆ ਰਾਈਟਿੰਗ ਲਿਖੋ ਆਪਦੇ ਹਿਸਾਬ ਨਾਲ, ਕੋਈ ਚੱਕਰ ਨਹੀਂ, ਤੁਹਾਡਾ ਸਕੋਰ ਬਹੁਤ ਵਧੀਆ ਆਊਗਾ। ਉਮੀਦ ਕਰਦੇ ਹਾਂ ਕਿ ਅੱਜ ਵਾਲਾ ਟੌਪਿਕ ਤੁਹਾਨੂੰ ਬਹੁਤ ਵਧੀਆ ਸਮਝ ਆ ਗਿਆ ਹੋਊਗਾ। ਤੁਹਾਨੂੰ ਜ਼ਰੂਰ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਿਆ ਹੋਊਗਾ। ਜੇ ਫਿਰ ਵੀ ਕੋਈ ਡਾਊਟ ਜਾਂ ਕਨਫਿਊਜ਼ਨ ਹੈ ਤਾਂ ਕਮੈਂਟ ਕਰਕੇ ਜ਼ਰੂਰ ਪੁੱਛੋ। ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।